ਕੌਟਲਿਆ ਨੇ ਵੈਲਫੇਅਰ ਸਟੇਟ ਦੀ ਗੱਲ ਕੀਤੀ ਹੈ। ਮਤਲਬ ਇੱਕ ਸਟੇਟ ਜਿਹੜੀ ਆ ਉਹਦਾ ਇਹੀ ਮਕਸਦ ਨਹੀਂ ਵੀ ਲਾਅ ਐਂਡ ਆਰਡਰ ਮੇਨਟੇਨ ਕਰ ਲਿਆ ਜਾਂ ਰੈਵਨਿਊ ਕਲੈਕਸ਼ਨ। ਉਹ ਲੋਕਾਂ ਬਾਰੇ ਵੀ ਸੋਚ ਰਿਹਾ। ਤੇ ਉਹਦਾ ਇੱਕ ਕਾਫੀ ਫੇਮਸ ਡਿਕਟਮ ਹੈਗਾ, ਉਹ ਹੈ ਇਨ ਦ ਹੈਪੀਨੈਸ ਆਫ ਦ ਸਬਜੈਕਟਸ ਲਾਈਜ਼ ਦ ਹੈਪੀਨੈਸ ਆਫ ਦ ਕਿੰਗ ਐਂਡ ਇਨ what is beneficial to the subject lies his own benefit। ਮਤਲਬ ਜੇ ਪ੍ਰਜਾ ਖੁਸ਼ ਆ ਤਾਂ ਰਾਜਾ ਖੁਸ਼ ਹੈ, ਤੇ ਜਿਹੜਾ ਵੀ ਬੈਨੀਫਿਟ ਹੈਗਾ ਉਹਦੇ ਸਬਜੈਕਟਸ ਨੂੰ, ਜੇ ਪ੍ਰਜਾ ਨੂੰ ਕੋਈ ਚੀਜ਼ ਬੈਨੀਫੀਸ਼ੀਅਲ ਆ ਉਹਦੇ ਵਿੱਚ ਹੀ ਉਹਦਾ ਬੈਨੀਫਿਟ ਛੁਪਿਆ ਹੋਇਆ ਹੈਗਾ ਰਾਜੇ ਦਾ। ਸੋਸ਼ਲ ਵੈਲਫੇਅਰ ਐਕਟੀਵਿਟੀਜ਼, ਉਸ ਸਮੇਂ ਸੋਸ਼ਲ ਵੈਲਫੇਅਰ ਜਿਹੜਾ ਹੈਗਾ ਉਹ ਪ੍ਰਾਇਮਰੀਲੀ ਰਿਲੀਜੀਅਸ ਕਾਰਪੋਰੇਸ਼ਨਸ ਕਰਦੀਆਂ ਸੀ, ਰਿਲੀਜੀਅਸ ਆਰਗੇਨਾਈਜੇਸ਼ਨ, ਕੋਈ ਚੈਰਿਟੀ ਦੀ, ਵਿਲੇਜਰਸ ਪਿੰਡਾਂ 'ਚ ਇਕੱਠੇ ਹੋ ਕੇ, ਮਿਊਨਿਸਪਲ ਦੀ ਕੋਈ ਕਮੇਟੀ ਹੈਗੀ ਆ ਹਨਾ, ਤਾਂ ਕਰਾਫਟ ਗਿਲਡਸ ਹੁੰਦੀਆਂ ਸੀ, ਕਰਾਫਟਸਮੈਨ ਦੇ ਕੋਈ ਗਰੁੱਪਸ ਹੁੰਦੇ ਸੀ, ਕਾਸਟ ਦੀ ਅਸੈਂਬਲੀਜ਼, ਉਹ ਸੋਸ਼ਲ ਵੈਲਫੇਅਰ ਐਕਟੀਵਿਟੀਜ਼ ਕਰਦੇ ਸੀ। ਪਰ ਉਸ ਸਮੇਂ ਦੇ ਵਿੱਚ ਵੀ ਉਹ ਸਰਕਾਰ ਦੇ ਰੋਲ ਨੂੰ ਸੋਸ਼ਲ ਵੈਲਫੇਅਰ ਦੇ ਵਿੱਚ ਲਿਆਉਣਾ ਚਾਹੁੰਦਾ ਹੈਗਾ। ਤੇ ਕਿੰਗ ਸ਼ੁੱਡ ਪ੍ਰੋਵਾਈਡ ਦ ਔਰਫਨਸ, ਏਜਡ, ਇਨਫਰਮ, ਅਫਲਿਕਟਡ, ਹੈਲਪਲੈਸ ਵਿਦ ਮੇਨਟੇਨੈਂਸ। ਮਤਲਬ ਜੇ ਕੋਈ ਅਨਾਥ ਹੈਗਾ, ਬੁਢੇਪਾ, ਆਪਾਂ ਬੁਢੇਪਾ ਪੈਨਸ਼ਨ ਦੀ ਗੱਲ ਕਰਦੇ ਆ, ਬੁੱਢਾ ਹੋ ਚੁੱਕਿਆ, ਤਾਂ ਉੱਥੇ ਰਾਜਾ ਜਿਹੜਾ ਹੈਗਾ ਇਹ ਲੋਕਾਂ ਦੀ ਮਦਦ ਕਰੇ ਜਿਹੜੇ ਨੀਡੀ ਨੇ। ਈਵਨ ਕਿ ਜਿਹੜੇ ਹੈਲਪਲੈਸ ਪ੍ਰੈਗਨੈਂਟ ਵੂਮਨ ਨੇ ਤੇ ਉਹਨਾਂ ਦੇ ਬੱਚੇ ਨੇ, ਉਹਨਾਂ ਲਈ ਰਾਜਾ ਕੁਝ ਪੈਸੇ ਦੇਵੇ। ਤਾਂ ਵੈਲਫੇਅਰ ਸਟੇਟ ਦਾ ਜਿਹੜਾ ਕਨਸੈਪਟ ਆ ਇਹ ਅੱਜ ਵੀ ਮੌਜੂਦ ਆ। ਮਤਲਬ ਔਰਫਨਸ ਜਿਹੜੇ ਹੈਗੇ ਨੇ, 올ਡ ਏਜ ਪੈਨਸ਼ਨ ਦੀ ਗੱਲ ਕੀਤੀ ਗਈ ਆ। ਹੁਣ ਪੀਐਮ ਜਿਹੜੀ ਯੂਥ ਕੇਅਰ ਸਕੀਮ ਸੀਗੀ ਉਹਦੇ ਵਿੱਚ ਜਿਹੜੇ ਬੱਚੇ ਨੇ ਔਰਫਨ ਹੋ ਗਏ ਕੋਵਿਡ ਦੌਰਾਨ, ਉਹਨਾਂ ਦੇ ਵੈਲਫੇਅਰ ਦੀ ਗੱਲ ਕੀਤੀ ਗਈ ਹੈ। ਤਾਂ ਇਸ ਤਰੀਕੇ ਦੀ ਗੱਲ ਕੌਟਲਿਆ ਉਸ ਸਮੇਂ ਕਰ ਰਿਹਾ ਸੀਗਾ, ਜਦੋਂ ਸੋਸ਼ਲ ਵੈਲਫੇਅਰ 'ਚ ਸਰਕਾਰ ਦਾ ਰੋਲ ਸਮਝਿਆ ਹੀ ਨਹੀਂ ਜਾਂਦਾ ਸੀਗਾ। ਫਿਰ ਉਸ ਤੋਂ ਇਲਾਵਾ ਉਹਨੇ ਕੰਜ਼ਿਊਮਰ ਵੈਲਫੇਅਰ ਦੀ ਕਾਫੀ ਡਿਟੇਲਡ ਗੱਲ ਕੀਤੀ। ਰੈਗੂਲੇਸ਼ਨ ਆਫ ਪ੍ਰਾਈਸਿਸ ਆਫ ਆਰਟੀਕਲਸ, ਮਤਲਬ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਉਹ ਪ੍ਰਾਈਸ ਰੈਗੂਲੇਸ਼ਨ ਦੀ ਗੱਲ ਕਰਦਾ ਹੈ। ਫਿਰ ਸਟੈਂਡਰਡਾਈਜ਼ ਸਟੈਂਪਡ ਵੇਟਸ ਐਂਡ ਮੈਜਰਸ, ਜਿਹੜੇ ਵੇਟਸ ਐਂਡ ਮੈਜਰਸ ਨੇ ਉਹਨਾਂ ਨੂੰ ਸਟੈਂਡਰਡਾਈਜ਼ ਰੱਖਣਾ। ਤੇ ਜਿਹੜੇ ਟ੍ਰੇਡਰਸ ਨੇ, ਕੋਈ ਅਨਆਥੋਰਾਈਜ਼ਡ ਟ੍ਰੇਡ, ਜਿਹੜੇ ਵੇਟਸ ਐਂਡ ਮੈਜਰਸ ਨੇ ਉਹਨਾਂ ਨੂੰ ਅਪਣਾ ਕੇ ਕੋਈ ਚੀਜ਼ ਵੇਚ ਰਹੇ ਨੇ ਉਹਨਾਂ ਨੂੰ ਪਨਿਸ਼ ਕੀਤਾ ਜਾਵੇ। ਫਿਰ ਕੋਈ ਮਰਚੈਂਟਸ ਅਡਲਟਰੇਟਡ ਗੁੱਡਸ ਵੇਚ ਰਹੇ ਨੇ ਉਹਨਾਂ ਨੂੰ ਪਨਿਸ਼ ਕੀਤਾ ਜਾਵੇ। ਜਿਵੇਂ ਕਈ ਵਾਰ ਕੋਈ ਬਣਾ ਕੇ ਦੁੱਧ ਵੇਚ ਰਿਹਾ ਅਡਲਟਰੇਟਡ, ਉਹਨੂੰ ਆਪਾਂ ਕਹਿੰਦੇ ਵੀ ਪਨਿਸ਼ ਕਰਨਾ ਚਾਹੀਦਾ ਹੈਗਾ, ਕੰਜ਼ਿਊਮਰ ਪ੍ਰੋਟੈਕਸ਼ਨ ਦੇ ਹੇਠ ਆ ਗਿਆ। ਤਾਂ ਇਸ ਤਰੀਕੇ ਦੀ ਗੱਲ ਕੌਟਲਿਆ ਨੇ ਅਰਥ ਸ਼ਾਸਤਰ ਦੇ ਵਿੱਚ ਕੀਤੀ ਹੈ, ਇਨਫਲੇਸ਼ਨ ਕੰਟਰੋਲ ਕਰਨ ਲਈ ਤੇ ਕੰਜ਼ਿਊਮਰਸ ਨੂੰ ਬਚਾਉਣ ਲਈ ਅਡਲਟਰੇਟਡ ਚੀਜ਼ਾਂ ਤੋਂ। ਤੇ ਇੱਕ ਸਟੈਂਡਰਡਾਈਜ਼ ਵੇਟਸ ਐਂਡ ਮੈਜਰਸ, ਉਹਨਾਂ ਨੂੰ ਓਨਾ ਹੀ ਸਮਾਨ ਮਿਲੇ ਜਿੰਨਾ ਉਹ ਮੈਜਰ ਕਰ ਰਹੇ। ਫਿਰ ਉਸ ਤੋਂ ਬਾਅਦ ਉਹ ਟ੍ਰੇਡਰਸ ਤੇ ਇੰਡਸਟਰੀਅਲਿਸਟ ਦੀ ਹੈਲਪ ਵੀ ਕਰਨਾ ਚਾਹੁੰਦਾ ਹੈਗਾ ਕੌਟਲਿਆ। ਉਹ ਕਹਿੰਦਾ ਹੈ ਵੀ ਜਿਹੜਾ ਰਾਜਾ, ਉਹਦੀ ਜ਼ਿੰਮੇਵਾਰੀ ਹੈ ਵੀ ਉਹ ਰੋਡਸ ਬਣਾਵੇ, ਸੇਫਟੀ ਇਨਸ਼ੋਰ ਕਰੇ ਰੋਡਸ ਦੇ ਉੱਪਰ, ਤੇ ਐਂਪੋਰੀਅਮਸ ਕੰਸਟਰਕਟ ਕਰੇ ਜਿੱਥੇ ਵੱਖ-ਵੱਖ ਜਿਹੜੇ ਕਰਾਫਟਸਮੈਨ ਨੇ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਆ ਕੇ ਪੇਸ਼ ਕਰ ਸਕਣ ਤੇ ਲੋਕ ਉੱਥੇ ਖਰੀਦ ਸਕਣ। ਤੇ ਇਸ ਤਰੀਕੇ ਨਾਲ ਉਹ ਹੈਲਪ ਵੀ ਕਰਨਾ ਚਾਹੁੰਦਾ ਇੰਡਸਟਰੀ ਟ੍ਰੇਡ ਨੂੰ ਵਧਾਉਣ ਲਈ। ਤਾਂ ਇਸ ਤਰੀਕੇ ਦਾ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਇਹ ਵੀ ਵੈਲਫੇਅਰ ਸਟੇਟ ਦੇ ਵਿੱਚ ਆ ਗਿਆ। ਤੇ ਮਾਡਰਨ ਸਟੇਟ ਦੇ ਵਿੱਚ ਵੀ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹਾਂ। ਫਾਈਨੈਂਸਡ ਇਰੀਗੇਸ਼ਨ ਵਰਕਸ, ਤਾਂ ਰਾਜਾ ਇਰੀਗੇਸ਼ਨ ਵਰਕ ਫਾਈਨੈਂਸ ਕਰੂਗਾ ਤੇ ਡੋਲਸ ਦਊਗਾ ਔਰਫਨਸ, ਏਜਡ ਤੇ ਕੋਈ ਹੋਰ ਨੀਡੀ ਆ ਉਹਨਾਂ ਨੂੰ ਕੁਝ ਪੈਸੇ ਦੇ ਸਕਦਾ ਹੈਗਾ ਮਦਦ। ਜੇ ਕਿਤੇ ਫੈਮਾਈਨ ਆ ਜਾਂਦਾ ਹੈਗਾ ਤਾਂ ਜਿਹੜੀ ਸਟੇਟ ਦੀਆਂ ਗ੍ਰੈਨਰੀਜ਼ ਨੇ ਉੱਥੋਂ ਰਿਲੀਫ ਮਟੀਰੀਅਲ ਜਾਊਗਾ, ਈਵਨ ਕਿ ਬੀਜ ਦਿੱਤੇ ਜਾਣਗੇ ਆਮ ਲੋਕਾਂ ਨੂੰ। ਤਾਂ ਫੈਮਾਈਨ ਦੇ ਬਾਅਦ ਜਿਹੜੀ ਹੈਲਪ ਆ ਤਾਂ ਉਹਨੂੰ ਕੌਟਲਿਆ ਨੇ ਮੈਂਸ਼ਨ ਕੀਤਾ। ਜੇ ਆਪਾਂ ਦੇਖੀਏ ਮਾਡਰਨ ਟਾਈਮਸ ਵੀ ਡਿਜ਼ਾਸਟਰ ਮੈਨੇਜਮੈਂਟ ਦਾ ਜਿਹੜਾ ਕਨਸੈਪਟ ਆ, ਫੈਮਾਈਨ ਆ ਗਈ ਤਾਂ ਹੈਲਪ ਕਰਨੀ ਹੈ, ਤਾਂ ਉਸਦੇ ਨਾਲ ਇਹਨੂੰ ਰਿਲੇਟ ਕੀਤਾ ਜਾ ਸਕਦਾ। ਫਿਰ ਕੁਝ ਚੀਜ਼ਾਂ ਤੇ ਕਾਫੀ ਰਿਗਰਸ ਕੰਟਰੋਲ ਸੀ। ਕੌਟਲਿਆ ਨੇ ਕਿਹਾ ਵੀ ਡਰਿੰਕਿੰਗ, ਪ੍ਰੋਸਟੀਟਿਊਸ਼ਨ, ਗੈਂਬਲਿੰਗ ਤੇ ਕੰਟਰੋਲ ਹੋਵੇ, ਤਾਂ ਇਹਦੇ ਨਾਲ ਵੀ ਸਮਾਜ ਦੀ ਬਿਹਤਰੀ ਹੁੰਦੀ ਹੈ। ਕਿਉਂਕਿ ਜੇ ਇਹ ਚੀਜ਼ਾਂ ਜਿਹੜੇ ਵਾਈਸਿਸ ਨੇ, ਗਲਤ ਕੰਮ ਨੇ, ਇਸ ਤਰੀਕੇ ਦੇ ਡਰਿੰਕਿੰਗ, ਪ੍ਰੋਸਟੀਟਿਊਸ਼ਨ, ਗੈਂਬਲਿੰਗ, ਜੇ ਅਨਰੈਗੂਲੇਟਡ ਹੋਣ ਲੱਗ ਜਾਣ ਤਾਂ ਸਮਾਜ 'ਚ ਗਿਰਾਵਟ ਹੁੰਦੀ ਆ। ਤਾਂ ਇਹਦੀ ਵੀ ਗੱਲ ਕਰ ਰਿਹਾ, ਇਹ ਵੈਲਫੇਅਰ ਸਟੇਟ ਦਾ ਕਨਸੈਪਟ ਕਾਫੀ ਵਾਈਡ ਦੇ ਰਿਹਾ ਹੈਗਾ ਜੋ ਕੌਟਲਿਆ ਨੇ ਦਿੱਤਾ। ਪਰ ਇਹਦਾ ਕੁਝ ਕ੍ਰਿਟਿਸਿਜ਼ਮ ਆ ਕੌਟਲਿਆ ਦੇ ਸਾਰੇ ਕਨਸੈਪਟਸ ਦਾ। ਵੈਲਫੇਅਰ ਸਟੇਟ ਹੋ ਗਿਆ, ਪਰਸੋਨਲ ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ, ਆਪਾਂ ਸਾਰੀ ਮਸ਼ੀਨਰੀ ਕੀਤੀ। ਹੁਣ ਇਹਦਾ ਕ੍ਰਿਟਿਸਿਜ਼ਮ ਕੀ ਹੈ? ਇੱਕ ਤਾਂ ਕਾਸਟਿਜ਼ਮ ਹੈਗਾ, ਜਿਵੇਂ ਰਿਕਰੂਟਮੈਂਟ ਦੇ ਵਿੱਚ ਹਾਈ ਫੈਮਲੀਜ਼ ਦੀ ਗੱਲ ਕਰ ਰਿਹਾ ਹੈਗਾ, ਨੋਬਿਲਿਟੀ ਦੀ ਗੱਲ ਕਰ ਰਿਹਾ, ਤੇ ਮਿਲਟਰੀ ਦੇ ਵਿੱਚ ਕਸ਼ਤਰੀਆਸ ਆਉਣਗੇ, ਹੋਰ ਕਾਸਟ ਨਹੀਂ ਆਉਣਗੀਆਂ। ਤਾਂ ਫਿਰ ਇੱਕ ਜਗ੍ਹਾ ਤੇ ਰਾਜਾ ਨੂੰ ਕਿਹਾ ਗਿਆ ਹੈਗਾ ਵੀ ਚਾਰੋਂ ਕਾਸਟ ਜਾਂ ਚਾਰੋਂ ਆਰਡਰਸ ਨੇ ਜਿਹੜੇ
ਉਹ ਆਪਣਾ ਰਿਸਪੈਕਟਿਵ ਡਿਊਟੀ ਨਿਭਾ ਸਕਣ, ਆਪਣੇ ਆਪਣੇ ਕੰਮ ਕਰ ਸਕਣ, ਆਕੂਪੇਸ਼ਨਸ ਕਰ ਸਕਣ, ਇਹ ਇਨਸ਼ੋਰ ਕਰਨਾ ਰਾਜਾ ਦੀ ਜ਼ਿੰਮੇਵਾਰੀ ਹੈ। ਮਤਲਬ ਕਸ਼ਤਰੀਆਸ ਦੇ ਵਿੱਚ ਜਿਹੜੀ ਬ੍ਰਾਹਮਣਸ ਵੈਸ਼ਿਆਸ ਦੇ ਵਿੱਚ ਆਪਣੀ ਸਮਾਜ ਦੀ ਡਿਵੀਜ਼ਨ ਸੀਗੀ ਵੱਖ-ਵੱਖ ਗਰੁੱਪ 'ਚ, ਉਹਨੂੰ ਇਹ ਸਪੋਰਟ ਕਰ ਰਿਹਾ। ਪਰ ਇਹਨੂੰ ਆਪਾਂ ਸਹੀ ਜਾਇਜ਼ ਠਹਿਰਾ ਨਹੀਂ ਸਕਦੇ। ਹਾਂ, ਇਹ ਕਿਹਾ ਜਾ ਸਕਦਾ ਵੀ ਉਸ ਸਮੇਂ ਇਹ ਸਿਸਟਮ ਨੂੰ ਕੋਈ ਚੁਣੌਤੀ ਦੇਣ ਵਾਲੀ ਨਹੀਂ ਸੀਗਾ ਤੇ ਉਹਨੇ ਵੀ ਇਸ ਸਿਸਟਮ ਨੂੰ ਡੀਫੈਕਟੋ ਮੰਨ ਲਿਆ ਸਮਾਜ ਦੇ ਲਈ ਸਹੀ। ਪਰ ਅੱਜ ਦੇ ਸਮੇਂ 'ਚ ਆਪਾਂ ਇਹ ਨਹੀਂ ਮੰਨਦੇ। ਫਿਰ ਐਬਸੋਲਿਊਟ ਮੋਨਾਰਕੀ ਦੀ ਗੱਲ ਕੀਤੀ ਗਈ ਹੈ। ਕਿੰਗ ਰਾਜਾ ਜਿਹੜਾ ਹੈਗਾ ਉਹਦੇ ਕੋਲ ਸਾਰੀਆਂ ਪਾਵਰਸ ਨੇ, ਕਿੰਗ ਕੋਲ ਸਾਰੀਆਂ ਪਾਵਰਸ ਨੇ, ਤਾਂ ਇਹ ਸਹੀ ਨਹੀਂ ਹੈਗਾ। ਪਰ ਆਪਾਂ ਇਹ ਕਹਿ ਸਕਦੇ ਹਾਂ ਵੀ ਇਸ ਤੇ ਚੈੱਕ ਸੀਗਾ ਰਾਜੇ ਦੇ ਉੱਪਰ, ਕੰਸਲਟੇਸ਼ਨ ਜ਼ਰੂਰ ਸੀ ਕਾਉਂਸਲ ਆਫ ਮਿਨਿਸਟਰਸ ਦੀ, ਤੇ ਲੋਕਾਂ ਨੂੰ ਰਿਬੈਲੀਅਨ ਦਾ ਅਧਿਕਾਰ ਵੀ ਦੇ ਰਿਹਾ ਜੇ ਰਾਜਾ ਧਰਮਾਂ ਨਹੀਂ ਫੋਲੋ ਕਰ ਰਿਹਾ ਹੈਗਾ। ਪਰ ਐਬਸੋਲਿਊਟ ਮੋਨਾਰਕੀ ਦਾ ਕ੍ਰਿਟਿਸਿਜ਼ਮ ਕੀਤਾ ਜਾਂਦਾ ਹੈ, ਇਹ ਥੋੜਾ ਜਾਇਜ਼ ਤਾਂ ਨਹੀਂ ਹੈਗਾ ਕਿਉਂਕਿ ਉਸ ਸਮੇਂ ਜ਼ਿਆਦਾਤਰ ਮੋਨਾਰਕੀ ਹੀ ਹੁੰਦੀ ਸੀ। ਫਿਰ ਅਨਐਥੀਕਲ ਮੀਨਸ ਅਡਾਪਟ ਕਰਨ ਲਈ ਕਹਿੰਦਾ ਹੈ। ਇੱਕ ਮਤਲਬ ਟੈਰੀਟਰੀ ਨੂੰ ਐਕਸਪੈਂਡ ਕਰਨਾ ਕਿਸੇ ਰਾਜੇ ਨੇ, ਉਹਨੂੰ ਕਹਿੰਦਾ ਵੀ ਉਹ ਅਨਐਥੀਕਲ ਮੀਨਸ ਅਪਣਾਵੇ, ਆਪਣੀ ਰਿਸਪੈਕਟ ਵਧਾਉਣ ਲਈ ਕਿੰਗਡਮ 'ਚ ਅਨਐਥੀਕਲ ਮੀਨਸ, ਝੂਠ ਵੀ ਬੋਲ ਸਕਦਾ ਹੈ, ਤਾਂ ਉਹਨੂੰ ਕ੍ਰਿਟਿਸਾਈਜ਼ ਕੀਤਾ ਜਾਂਦਾ ਹੈ। ਇਹੀ ਕ੍ਰਿਟਿਸਿਜ਼ਮ ਕਰਕੇ ਉਹਨੂੰ ਮੈਕਿਆਵਲੀ ਨਾਲ ਜੋੜਿਆ ਜਾਂਦਾ ਹੈ, ਜਿਹੜਾ ਕਿ ਬਾਅਦ ਵਿੱਚ ਆਇਆ ਮੈਡੀਵਲ ਪੀਰੀਅਡ ਦੇ ਵਿੱਚ, ਯੂਰਪ ਦਾ ਥਿੰਕਰ ਸੀਗਾ, ਉਹਨੇ ਦ ਪ੍ਰਿੰਸ ਕਿਤਾਬ ਲਿਖੀ, ਉਹ ਵੀ ਅਨਐਥੀਕਲ ਮੀਨਸ ਦੀ ਚਰਚਾ ਕਰਦਾ ਹੈਗਾ। ਤਾਂ ਇਹ ਕ੍ਰਿਟਿਸਿਜ਼ਮ ਹੈਗਾ। ਪਰ ਇਹਦਾ ਸਿਗਨੀਫੀਕੈਂਸ ਕੀ ਆ? ਇਹ ਪੋਲੀਟੀਕਲ ਸਾਇੰਸ ਤੇ ਪਬਲਿਕ ਐਡਮਿਨਿਸਟ੍ਰੇਸ਼ਨ ਨਾਲ ਸੰਬੰਧ ਇੱਕ ਟ੍ਰੀਟਿਸ ਆ, ਤੇ ਅਰਥ ਸ਼ਾਸਤਰ ਜਿਹੜਾ ਹੈਗਾ, ਇਹਦੀ ਜਿਹੜੀ ਪਲੇਸ ਹੈ ਉਹ ਪਲੇਟੋ ਦੀ ਰਿਪਬਲਿਕ ਤੇ ਲਾਜ਼ ਜਿਹੜੀਆਂ ਕਿਤਾਬਾਂ ਲਿਖੀਆਂ, ਜਾਂ ਐਰਿਸਟੋਟਲ ਨੇ ਪੋਲਿਟਿਕਸ ਲਿਖੀ, ਇਹ ਐਂਸ਼ੀਅੰਟ ਥਾਟ ਦੇ ਵਿੱਚ ਹੋਣੀ ਚਾਹੀਦੀ ਆ। ਆਪਾਂ ਇਹ ਮੰਨਦੇ ਹਾਂ ਵੀ ਇਸ ਤਰੀਕੇ ਦੀ ਉਹਨੇ ਜਿਹੜੀ ਕਿਤਾਬ ਲਿਖੀ ਐਡਮਿਨਿਸਟ੍ਰੇਸ਼ਨ 'ਚ, ਤਾਂ ਉਹ ਪਲੇਟੋ ਤੇ ਐਰਿਸਟੋਟਲ ਦੇ ਵਰਕ ਦੇ ਬਰਾਬਰ ਹੈ। ਹਾਂ, ਇਹਦਾ ਕ੍ਰਿਟਿਸਿਜ਼ਮ ਆ ਵੀ ਅਨਐਥੀਕਲ ਮੀਨਸ ਅਪਣਾਏ ਗਏ ਇਹਦੇ ਕਟਲਿਆ ਦੇ ਅਰਥ ਸ਼ਾਸਤਰ ਦੇ ਵਿੱਚ, ਉਹਨੂੰ ਜਸਟੀਫਾਈ ਕੀਤਾ ਗਿਆ। ਪਰ ਉਹਨੇ ਅਨਐਥੀਕਲ ਮੀਨਸ ਸਿਰਫ ਐਨੀਮੀਜ਼ ਤੇ ਟ੍ਰੇਟਰਸ ਦੇ ਅਗੇਂਸਟ ਕਿਹਾ, ਤੇ ਉਹ ਵੀ ਐਮਰਜੈਂਸੀ ਦੇ ਵਿੱਚ, ਕਿਉਂਕਿ ਉਹਨੂੰ ਲੱਗਦਾ ਸੀ ਅਨਐਥੀਕਲ ਮੀਨਸ ਫੋਲੋ ਕਰਕੇ ਜੇ ਇੱਕ ਵਾਰ ਪਾਵਰਫੁਲ ਹੋ ਗਿਆ ਰਾਜਾ, ਫਿਰ ਉਹ ਰਾਜ ਰਿਸ਼ੀ ਦਾ ਕੰਮ ਕਰ ਸਕਦਾ, ਆਈਡਲ ਸਟੇਟ, ਆਈਡਲ ਕਿੰਗ ਜਿਹੜਾ ਹੈਗਾ ਉਹ ਆਈਡਲ ਸਟੇਟ ਐਸਟੈਬਲਿਸ਼ ਕਰ ਸਕਦਾ, ਵੈਲਫੇਅਰ ਸਟੇਟ ਐਸਟੈਬਲਿਸ਼ ਕਰ ਸਕਦਾ। ਫਿਰ ਉਹਦੀ ਸਾਰੇ ਜਿਹੜਾ ਵਰਕ ਹੈ ਉਹ ਪ੍ਰਿਸਕ੍ਰਿਪਟਿਵ ਆ, ਮਤਲਬ ਉਹਨੂੰ ਐਕਸਪੀਰੀਅੰਸ ਬੇਸਡ ਆਪਾਂ ਅਪਣਾ ਸਕਦੇ ਹੈਗੇ ਆ। ਐਕਸਪੀਰੀਅੰਸ ਦੇ ਨਾਲ ਉਹਨੇ ਇਹ ਕੰਮ ਲਿਖਿਆ ਹੈਗਾ ਆਪਣਾ ਅਰਥ ਸ਼ਾਸਤਰ, ਤੇ ਉਹ ਇੱਕ ਕਿੰਗਡਮ ਨੂੰ ਚਲਾਉਣ ਲਈ ਪ੍ਰਿਸਕ੍ਰਾਈਬ ਕਰ ਰਿਹਾ ਕੁਝ ਚੀਜ਼ਾਂ। ਜੇ ਇਹ ਅਰਥ ਸ਼ਾਸਤਰ ਕੋਈ ਕਿੰਗਡਮ ਫੋਲੋ ਕਰਦਾ ਹੈਗਾ ਤਾਂ ਇੱਕ ਮਜ਼ਬੂਤ ਕਿੰਗਡਮ ਬਣ ਸਕਦਾ। ਤਾਂ ਆਪਾਂ ਕਹਾਂਗੇ ਵੀ ਇਹ ਪ੍ਰਿਸਕ੍ਰਿਪਟਿਵ ਹੈਗਾ, ਕਿ ਕੋਈ ਰੂਲਰ ਹੈਗਾ ਸੀ ਉਸ ਜ਼ਮਾਨੇ 'ਚ ਵੀ ਤੇ ਲੇਟਰ ਔਨ ਵੀ, ਤਾਂ ਉਹਦੇ ਲਈ ਇਹ ਵਧੀਆ ਕਿਤਾਬ। ਫਿਰ ਜਿਹੜੇ ਗੁਪਤਾ ਦਾ ਐਮਪਾਇਰ ਹੋਇਆ, ਹਰਸ਼ਾ ਦਾ ਐਮਪਾਇਰ ਹੋਇਆ, ਉਹਨਾਂ ਨੇ ਅਰਥ ਸ਼ਾਸਤਰ ਅਸ਼ੋਕਨ ਮਾਡਲ ਹੀ ਅਪਣਾਇਆ, ਥੋੜੇ ਚੇਂਜਸ ਕਰਕੇ। ਅਸ਼ੋਕਾ ਵੀ ਮੌਰੀਅਨ ਡਾਇਨੈਸਟੀ ਦਾ ਇੱਕ ਰਾਜਾ ਸੀ। ਤਾਂ ਇਹਦੀ ਜਿਹੜੀ ਸਿਗਨੀਫੀਕੈਂਸ ਹੈ ਲੇਟਰ ਔਨ ਆਪਾਂ ਨੂੰ ਮਿਲਦੀ ਹੈਗੀ ਆ, ਕਿਉਂਕਿ ਵੱਖ-ਵੱਖ ਕਿੰਗਡਮ ਨੇ ਇਹੀ ਜਿਹੜਾ ਸਟਰਕਚਰ ਆ ਆਰਗੇਨਾਈਜੇਸ਼ਨਲ ਮਸ਼ੀਨਰੀ ਅਪਣਾਈ ਭਾਰਤ ਦੇ ਵਿੱਚ। ਤੇ ਮਾਡਰਨ ਟਾਈਮ ਦੇ ਵਿੱਚ ਵੀ ਇਹ ਕਾਫੀ ਰੈਲੀਵੈਂਟ ਹੈਗਾ। ਪ੍ਰਿੰਸੀਪਲਸ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਚਰਚਾ ਕੀਤੀ ਗਈ ਹੈ, ਵੈਲਫੇਅਰ ਸਟੇਟ ਦੀ ਚਰਚਾ ਕੀਤੀ ਗਈ ਹੈ, ਆਰਗੇਨਾਈਜੇਸ਼ਨ, ਕਾਉਂਸਲ ਆਫ ਮਿਨਿਸਟਰ, ਬਿਊਰੋਕ੍ਰੇਸੀ, ਲੋਕਲ ਲੈਵਲ ਤੱਕ, ਸੈਕਟਰੀਏਟ, ਡਿਪਾਰਟਮੈਂਟਸ, ਇਹਨਾਂ ਬਾਰੇ ਚਰਚਾ ਹੈ। ਕਰਪਸ਼ਨ ਦੇ ਕਨਸੈਪਟ ਤੇ ਚਰਚਾ ਹੈ, ਬਜਟਿੰਗ, ਅਕਾਊਂਟਿੰਗ ਤੇ ਆਡਿਟਿੰਗ ਤੇ ਚਰਚਾ ਕੀਤੀ ਗਈ ਹੈਗੀ ਆ। ਫਿਰ ਇਸ ਤੋਂ ਇਲਾਵਾ, ਕਿਉਂਕਿ ਇਹ ਸਾਰੇ ਟੌਪਿਕਸ ਪਬਲਿਕ ਐਡਮਿਨਿਸਟ੍ਰੇਸ਼ਨ ਨਾਲ ਰਿਲੇਟਡ ਨੇ, ਫੋਰਨ ਅਫੇਅਰਸ, ਡਿਫੈਂਸ ਸਟ੍ਰੈਟੇਜੀ, ਤਾਂ ਇਹਨਾਂ ਟੌਪਿਕਸ ਤੇ ਚਰਚਾ ਕੀਤੀ ਹੈਗੀ ਆ ਕੌਟਲਿਆ ਨੇ। ਤੇ ਬਾਕੀ ਜਿਹੜੇ ਸਬਜੈਕਟਸ ਦੇ ਸਕਾਲਰਸ ਨੇ ਉਹ ਵੀ ਇਹਨੂੰ ਸਟੱਡੀ ਕਰਦੇ ਨੇ। ਤੇ ਸਭ ਤੋਂ ਵੱਡੀ ਗੱਲ ਜਿਹੜੀ ਇਹ ਪ੍ਰਿਸਕ੍ਰਿਪਸ਼ਨਸ ਦੇ ਰਿਹਾ, ਇਹ ਸਾਰੇ ਟਾਈਮਸ ਲਈ ਵੈਲਿਡ ਨੇ। ਬਹੁਤ ਸਾਰੀਆਂ ਇਹਦੇ ਜਿਹੜੇ ਕਨਸੈਪਟ ਨੇ ਵੈਲਫੇਅਰ ਸਟੇਟ ਦੇ ਹੋਣ, ਚਾਹੇ ਆਪਾਂ ਕਹਿ ਲਈਏ ਵੀ ਉਹ ਕਹਿੰਦਾ ਜਿਵੇਂ ਇਨ ਦਾ ਹੈਪੀਨੈਸ ਆਫ ਹਿਸ ਸਬਜੈਕਟਸ ਲਾਈਜ਼ ਹਿਸ ਹੈਪੀਨੈਸ, ਮਤਲਬ ਰਾਜੇ ਦੀ ਖੁਸ਼ੀ ਉਹਦੇ ਸਬਜੈਕਟਸ ਤੇ ਖੁਸ਼ੀ ਦੇ ਵਿੱਚ ਆ। ਤੇ ਆਪਾਂ ਹੁਣ ਵੀ ਅਪਲਾਈ ਕਰ ਸਕਦੇ ਹਾਂ, ਜੇ ਪ੍ਰਜਾ ਖੁਸ਼ ਹੈ ਤਾਂ VOTING ਨਾਲ ਕੋਈ ਜਿਹੜਾ ਰੂਲਰ ਹੈ ਉਹ ਦੁਬਾਰਾ ਆ ਸਕਦਾ ਹੈਗਾ, ਲੋਕ ਮਤਾ ਜਿੱਤ ਕੇ।